ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਇਕਨੋਮਿਕਸ ਦਾ ਪਾਠ, ਅਰਥ ਸ਼ਾਸਤਰ ਦਾ ਪਾਠ ਪਹਿਲਾ ਇੱਕ ਪਿੰਡ ਦੀ ਕਹਾਣੀ, ਇਸ ਦੀ ਦੁਹਰਾਈ ਕਰਾਂਗੇ। ਅਸੀਂ ਪਹਿਲਾਂ ਇਕਨੋਮਿਕਸ ਦੀਆਂ ਮੁੱਢਲੀਆਂ ਧਾਰਨਾਵਾਂ, ਬੇਸਿਕ ਕਨਸੈਪਟਸ ਦੇ ਬਾਰੇ ਪੜ੍ਹਿਆ ਸੀ। ਉਸ ਤੋਂ ਬਾਅਦ ਉਤਪਾਦਨ ਦੀ ਕਿਰਿਆ ਦੇ ਬਾਰੇ ਪੜ੍ਹਿਆ ਸੀਗਾ। ਪਿੰਡ ਦੀ ਕਾਲਪਨਿਕ ਕਹਾਣੀ ਲੈ ਕੇ ਅਸੀਂ ਇਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਤਾਂ ਅਸੀਂ ਅੱਜ ਇਸ ਪਾਠ ਦੀ ਰਿਵੀਜ਼ਨ ਕਰਾਂਗੇ, ਦੁਹਰਾਈ ਕਰਾਂਗੇ। ਅਸੀਂ ਜਾਣਦੇ ਹਾਂ ਕਿ ਅਰਥ ਸ਼ਾਸਤਰ ਅਤੇ ਇਸ ਦੀਆਂ ਮੁੱਢਲੀਆਂ ਧਾਰਨਾਵਾਂ, ਜਿਨ੍ਹਾਂ ਦਾ ਅਰਥ ਸ਼ਾਸਤਰ ਵਿੱਚ ਵਿਸ਼ੇਸ਼ ਅਰਥ ਹੁੰਦਾ, ਉਸ ਦੇ ਬਾਰੇ ਜਾਣਨਾ ਸਾਡਾ ਮੇਨ ਮਕਸਦ ਹੈ, ਮੇਨ ਮੰਤਵ ਹੈ ਇਸ ਪਾਠ ਦਾ। ਅਤੇ ਭਾਰਤ ਦੇ ਅਸੀਂ ਇੱਕ ਪਿੰਡ ਦੀ ਕਹਾਣੀ, ਜਿਹੜੀ ਕਾਲਪਨਿਕ ਕਹਾਣੀ ਲਈ ਲੈ ਕੇ ਉਤਪਾਦਨ ਦੇ ਅਸੀਂ ਕਾਰਕਾਂ ਦੀ ਸਹਾਇਤਾ ਨਾਲ ਪਿੰਡ ਵਿੱਚ ਕੀਤੀਆਂ ਜਾਂਦੀਆਂ ਉਤਪਾਦਨ ਦੀਆਂ ਵੱਖ-ਵੱਖ ਜਿਹੜੀਆਂ ਗਤੀਵਿਧੀਆਂ, ਪਿੰਡ ਦੇ ਵਿੱਚ ਕੀਤੀਆਂ ਜਾਂਦੀਆਂ ਉਤਪਾਦਨ ਦੀਆਂ ਵੱਖ-ਵੱਖ ਗਤੀਵਿਧੀਆਂ ਦੇ ਬਾਰੇ ਪੜ੍ਹਾਂਗੇ। ਤਾਂ ਪਿਆਰੇ ਬੱਚਿਓ, ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਜੀਵਨ ਵਿੱਚ ਸਾਨੂੰ ਕਿੰਨੀਆਂ ਵਸਤੂਆਂ ਦੀ ਲੋੜ ਪੈਂਦੀ ਹੈ। ਉਦਾਹਰਨ ਵਜੋਂ ਸਾਨੂੰ ਆਪਣੀ ਭੁੱਖ ਨੂੰ ਸੰਤੁਸ਼ਟ ਕਰਨ ਦੇ ਲਈ ਭੋਜਨ ਦੀ ਜ਼ਰੂਰਤ ਪੈਂਦੀ ਹੈ, ਆਪਣੇ ਸਰੀਰ ਨੂੰ ਢੱਕਣ ਲਈ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ, ਅਤੇ ਪਹਿਨਣ ਲਈ ਸਾਨੂੰ ਕੱਪੜਿਆਂ ਦੀ ਲੋੜ ਪੈਂਦੀ ਹੈ, ਰਹਿਣ ਵਾਸਤੇ ਘਰ ਦੀ। ਇਸੇ ਤਰ੍ਹਾਂ ਆਵਾਜਾਈ ਲਈ ਵਾਹਨਾਂ ਦੀ, ਮਨੋਰੰਜਨ ਲਈ ਟੈਲੀਵਿਜ਼ਨ ਦੀ, ਰੇਡੀਓ ਦੀ, ਇੰਟਰਨੈਟ ਦੀ ਲੋੜ ਪੈਂਦੀ ਹੈ। ਤਾਂ ਉਹ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਸਾਧਨ ਕਿਹਾ ਜਾਂਦਾ ਹੈ। ਉਹ ਵਸਤੂਆਂ ਜਾਂ ਸੇਵਾਵਾਂ ਜਿਹੜੀਆਂ ਸਾਡੀਆਂ ਲੋੜਾਂ ਪੂਰੀਆਂ ਕਰਦੀਆਂ ਹਨ, ਉਹਨਾਂ ਨੂੰ ਸਾਧਨ ਕਿਹਾ ਜਾਂਦਾ। ਤਾਂ ਸਾਡੀ ਇੱਕ ਲੋੜ ਪੂਰੀ ਹੋਣ 'ਤੇ ਇੱਕ ਦੂਜੀ ਜਿਹੜੀ ਜ਼ਰੂਰਤ ਹੈ, ਨਵੀਂ ਇੱਕ ਲੋੜ ਖੜੀ ਹੋ ਜਾਂਦੀ ਹੈ, ਨਵੀਂ ਲੋੜ ਪੈਦਾ ਹੋ ਜਾਂਦੀ ਹੈ। ਅਤੇ ਸਾਡੀਆਂ ਜਿਹੜੀਆਂ ਜ਼ਰੂਰਤਾਂ ਹਨ, ਲੋੜਾਂ ਹਨ, ਉਹ ਅਸੀਮਤ ਹਨ, ਪਰ ਸਾਡੀਆਂ ਲੋੜਾਂ ਨੂੰ, ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸਾਧਨ ਸੀਮਤ ਹਨ। ਸਾਡੀਆਂ ਜ਼ਰੂਰਤਾਂ ਅਸੀਮਤ ਹਨ, ਪਰ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਸਾਧਨ ਉਹ ਸੀਮਤ ਹਨ, ਲਿਮਟਡ ਹਨ। ਤਾਂ ਮਨੁੱਖ ਨੂੰ ਇਹ ਨਿਰਧਾਰਿਤ ਕਰਨਾ ਪੈਂਦਾ ਕਿ ਉਹ ਉਪਲਬਧ ਸਾਧਨਾਂ ਨਾਲ ਆਪਣੀਆਂ ਵੱਧ ਤੋਂ ਵੱਧ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰੇ। ਜੇ ਅਸੀਂ ਉਦਾਹਰਨ ਲਈਏ ਤਾਂ ਘਰ ਵਿੱਚ ਦੁੱਧ ਹੈ, ਦੁੱਧ ਦੀ ਮਾਤਰਾ ਸੀਮਤ ਹੁੰਦੀ ਹੈ, ਪਰ ਸਾਨੂੰ ਦੁੱਧ ਨਾਲ ਬਣੀਆਂ ਹੋਰ ਚੀਜ਼ਾਂ ਜਿਵੇਂ ਦਹੀਂ, ਲੱਸੀ, ਮੱਖਣ, ਪਨੀਰ, ਮਠਿਆਈ ਆਦਿ ਦੀ ਵੀ ਲੋੜ ਪੈਂਦੀ ਹੈ। ਤਾਂ ਅਸੀਂ ਆਪਣੀਆਂ ਸੀਮਤ ਸਾਧਨ ਦੁੱਧ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ। ਪੂਰਾ ਦਿਨ ਅਸੀਂ ਆਪਣੀਆਂ ਇਹਨਾਂ ਜ਼ਰੂਰਤਾਂ ਨੂੰ, ਉਹਨਾਂ ਦੀ ਸੰਤੁਸ਼ਟੀ ਲਈ ਯਤਨ ਕਰਦੇ ਰਹਿੰਦੇ ਹਾਂ। ਤਾਂ ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਜ਼ਰੂਰਤਾਂ ਨੂੰ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ। ਤਾਂ ਅਰਥ ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਵਿਗਿਆਨ ਹੈ ਜਿਸ ਦਾ ਪ੍ਰਬੰਧ ਦੁਰਲੱਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ ਜਿਸ ਨਾਲ ਉਪਭੋਗਤਾ ਅਧਿਕਤਮ ਸੰਤੁਸ਼ਟੀ ਪ੍ਰਾਪਤ ਕਰ ਸਕੇ ਅਤੇ ਸਮਾਜ ਆਪਣੀ ਭਲਾਈ ਅਧਿਕਤਮ ਕਰ ਸਕੇ। ਤਾਂ ਇਕਨੋਮਿਕਸ ਦੀ ਜਿਹੜੀ ਡੈਫੀਨੇਸ਼ਨ ਹੈ, ਇਕਨੋਮਿਕਸ ਇਜ਼ ਡਿਫਾਈਨਡ ਐਜ਼ ਦ ਸਟੱਡੀ ਆਫ ਦ ਯੂਜ਼ ਆਫ ਸਕੇਅਰਸ ਰਿਸੋਰਸਿਸ ਟੂ ਸੈਟਿਸਫਾਈ ਅਨਲਿਮਟਿਡ ਹਿਊਮਨ ਵਾਂਟਸ। ਤਾਂ ਮਨੁੱਖ ਦੀਆਂ ਜਿਹੜੀਆਂ ਅਸੀਮਤ ਲੋੜਾਂ ਹਨ, ਉਹਨਾਂ ਨੂੰ ਪੂਰਾ ਕਰਨ ਦਾ ਜਿਹੜਾ ਵਿਵਹਾਰ ਹੈ, ਉਹਦੀ ਜਿਹੜੀ ਸਟੱਡੀ ਹੈ, ਉਹ ਇਕਨੋਮਿਕਸ ਹੈ। ਅੱਗੇ ਅਸੀਂ ਪੜ੍ਹਿਆ ਸੀਗਾ ਇਸ ਦੇ ਵਿੱਚ ਕਿ ਉਹ ਵਸਤੂਆਂ ਅਤੇ ਸੇਵਾਵਾਂ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਨੇ, ਉਹਨਾਂ ਨੂੰ ਸਾਧਨ ਕਿਹਾ ਜਾਂਦਾ। ਸਾਡੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਸਾਧਨ ਸੀਮਤ ਹਨ। ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਕਰਨ ਵਾਲੇ ਵਿਵਹਾਰ ਦੇ ਅਧਿਐਨ ਨੂੰ ਅਰਥ ਸ਼ਾਸਤਰ ਕਿਹਾ ਜਾਂਦਾ। ਤਾਂ ਸਾਡੇ ਕੋਲ ਲਿਮਟਡ ਸਾਧਨਾਂ ਦੇ ਨਾਲ ਅਸੀਂ ਅਨਲਿਮਟਡ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੂੰ, ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਅਸੀਂ ਪੜ੍ਹਿਆ ਸੀਗਾ ਇਸ ਪਾਠ ਦੇ ਵਿੱਚ ਸਭ ਤੋਂ ਪਹਿਲਾਂ ਅਰਥ ਸ਼ਾਸਤਰ ਦੀਆਂ ਜਿਹੜੀਆਂ ਮੁੱਢਲੀਆਂ ਧਾਰਨਾਵਾਂ ਹਨ। ਸਭ ਤੋਂ ਪਹਿਲਾਂ ਅਸੀਂ ਪੜ੍ਹਿਆ ਵਸਤਾਂ ਬਾਰੇ। ਤਾਂ ਵਸਤਾਂ ਉਹ ਛੂਹਣਯੋਗ ਚੀਜ਼ਾਂ ਹਨ ਜਿਹੜੀਆਂ ਕਿ ਮਨੁੱਖ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟੀ ਕਰਦੀਆਂ ਹਨ। ਅਤੇ ਦੂਜੇ ਸ਼ਬਦਾਂ ਵਿੱਚ ਕੋਈ ਵੀ ਚੀਜ਼ ਜਿਸ ਵਿੱਚ ਮਨੁੱਖੀ ਜ਼ਰੂਰਤ ਨੂੰ ਸੰਤੁਸ਼ਟ ਕਰਨ ਦੀ ਸਮਰੱਥਾ ਹੁੰਦੀ ਹੈ, ਉਹ ਵਸਤੂ ਅਖਵਾਉਂਦੀ ਹੈ। ਜਿਵੇਂ ਰੇਡੀਓ, ਪੱਖਾ ਵਗੈਰਾ, ਇਹ ਵਸਤਾਂ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਸੇਵਾਵਾਂ ਬਾਰੇ। ਤਾਂ ਵਸਤੂਆਂ ਦੇ ਉਲਟ ਸੇਵਾਵਾਂ ਵਿੱਚ ਭੌਤਿਕਤਾ ਨਹੀਂ ਹੁੰਦੀ, ਜਿਵੇਂ ਅਧਿਆਪਕ ਦੁਆਰਾ ਪੜ੍ਹਾਉਣਾ।
ਤਾਂ ਸਰਵਿਸਿਜ਼ ਕੀ ਨੇ? ਅਰਥ ਸ਼ਾਸਤਰ ਵਿੱਚ ਵਸਤੂਆਂ ਤੋਂ ਇਲਾਵਾ ਸੇਵਾਵਾਂ ਵੀ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ। ਇਹਨਾਂ ਦੀ ਕੋਈ ਭੌਤਿਕਤਾ ਨਹੀਂ ਹੁੰਦੀ, ਜਿਵੇਂ ਅਧਿਆਪਕ ਦੁਆਰਾ ਪੜ੍ਹਾਉਣਾ, ਡਾਕਟਰ ਦੁਆਰਾ ਆਪਣੇ ਪੇਸ਼ੈਂਟ ਦਾ, ਮਰੀਜ਼ ਦਾ ਇਲਾਜ ਕਰਨਾ। ਅਸੀਂ ਪੜ੍ਹਿਆ ਸੀ ਉਪਯੋਗਤਾ ਜਾਂ ਤੁਸ਼ਟੀ ਗੁਣ, ਜਿਹਨੂੰ ਯੂਟਿਲਿਟੀ ਕਹਿੰਦੇ ਆ। ਤਾਂ ਕਿਸੇ ਵਸਤੂ ਜਾਂ ਸੇਵਾ ਵਿੱਚ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਜਿਹੜੀ ਸਮਰੱਥਾ ਹੈ, ਉਸ ਸਮਰੱਥਾ ਨੂੰ ਉਪਯੋਗਤਾ ਜਾਂ ਤੁਸ਼ਟੀ ਗੁਣ ਕਹਿੰਦੇ ਆ। ਉਦਾਹਰਨ ਅਸੀਂ ਲਈ ਸੀ, ਜਿਵੇਂ ਰੋਟੀ ਨਾਲ ਅਸੀਂ ਭੁੱਖ ਨੂੰ ਮਿਟਾਉਂਦੇ ਹਾਂ, ਅਤੇ ਪਾਣੀ ਦੇ ਨਾਲ ਪਿਆਸ ਨੂੰ ਬੁਝਾਉਣ ਦੀ ਸਮਰੱਥਾ ਉਪਯੋਗਤਾ ਕਹਾਉਂਦੀ ਹੈ। ਇਸ ਤੋਂ ਬਾਅਦ ਅਸੀਂ ਪੜ੍ਹਿਆ ਸੀਗਾ ਕੀਮਤ ਬਾਰੇ, ਪ੍ਰਾਈਸ। ਤਾਂ ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ, ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਜਿਵੇਂ ਅਸੀਂ ਇੱਕ ਘੜੀ ਨੂੰ 500 ਰੁਪਏ ਦੇ ਵਿੱਚ ਖਰੀਦਦੇ ਹਾਂ, ਕਿਸੇ ਸਾਈਕਲ ਨੂੰ 5000 ਰੁਪਏ 'ਚ ਖਰੀਦਦੇ ਹਾਂ, ਡਰੈਸਿਸ ਖਰੀਦਦੇ ਹਾਂ, ਲੈਪਟਾਪ ਖਰੀਦਦੇ ਹਾਂ। ਤਾਂ ਜੇ ਅਸੀਂ ਘੜੀ ਦੀ ਗੱਲ ਕਰੀਏ ਤਾਂ ਘੜੀ ਦੀ ਜਿਹੜੀ ਕੀਮਤ ਹੈ ਉਹ 500 ਰੁਪਏ ਹੋ ਗਈ, ਅਤੇ ਸਾਈਕਲ ਦੀ ਜਿਹੜੀ ਕੀਮਤ ਹੈ ਉਹ 5000 ਰੁਪਏ ਹੋ ਗਈ। ਤਾਂ ਕੀਮਤਾਂ ਘਟਦੀਆਂ ਵੱਧਦੀਆਂ ਰਹਿੰਦੀਆਂ। ਤਾਂ ਅਸੀਂ ਕੀਮਤ ਤੋਂ ਭਾਵ ਵਸਤੂ ਜਾਂ ਸੇਵਾ ਦੇ ਮੁੱਲ ਤੋਂ ਹੈ, ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਅੱਗੇ ਅਸੀਂ ਪੜ੍ਹਿਆ ਸੀਗਾ ਧਨ, ਵੈਲਥ। ਅਜਿਹੀਆਂ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮੰਨਣ ਲਈ ਅਸੀਂ ਕੀਮਤ ਦਿੰਦੇ ਹਾਂ, ਉਸ ਨੂੰ ਧਨ ਕਿਹਾ ਜਾਂਦਾ ਹੈ। ਜਿਵੇਂ ਕਿਤਾਬ, ਪੈਨ, ਕਮੀਜ਼। ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਬਦਲੇ ਧਨ ਕਮਾਉਣਾ। ਤਾਂ ਇਹ ਧਨ, ਕਿਉਂਕਿ ਇਹਨਾਂ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹੁੰਦਾ ਹੈ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਸੀ ਮੁਦਰਾ ਦੀ। ਤਾਂ ਮੁਦਰਾ ਜਿਹੜੀ ਹੈਗੀ, ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉਦਾਹਰਨ ਭਾਰਤ ਦੇ ਵਿੱਚ ਰੁਪਈਆ ਮੁਦਰਾ ਹੈ। ਤਾਂ ਤੁਸੀਂ ਸਾਰੇ ਮੁਦਰਾ ਨੂੰ ਜਾਣਦੇ ਹੀ ਹੋ, ਅਤੇ ਇਸ ਨੂੰ ਹਰ ਰੋਜ਼ ਵਰਤਦੇ ਹਾਂ। ਜਿਵੇਂ ਤੁਸੀਂ 10 ਰੁਪਏ ਦਾ ਪੈਨ ਖਰੀਦਿਆ, ਜਾਂ 5 ਰੁਪਏ ਦਾ ਇੱਕ ਕੱਪ ਚਾਹ ਦਾ ਪੀਤਾ, ਜਾਂ ਤੁਹਾਡੇ ਪਿਤਾ ਨੇ ਸਕੂਲ ਫੀਸ ਲਈ ਸਕੂਲ ਨੂੰ 200 ਰੁਪਏ ਦਾ ਚੈੱਕ ਦਿੱਤਾ। ਤਾਂ ਰੁਪਏ, ਸਿੱਕੇ ਅਤੇ ਚੈੱਕ ਮੁਦਰਾ ਦੇ ਵੱਖ-ਵੱਖ ਰੂਪ ਹਨ। ਮੁਦਰਾ ਸਰਕਾਰ ਵੱਲੋਂ ਪ੍ਰਮਾਣਿਤ ਉਸ ਵਸਤੂ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਤਾਂ ਵੱਖ-ਵੱਖ ਦੇਸ਼ਾਂ ਵਿੱਚ ਮੁਦਰਾ ਦੇ ਵੱਖ-ਵੱਖ ਨਾਂ। ਉਦਾਹਰਨ ਵਜੋਂ ਭਾਰਤ ਦੇ ਵਿੱਚ ਇਸ ਨੂੰ ਰੁਪਈਆ, ਅਮਰੀਕਾ, ਕੈਨੇਡਾ ਵਿੱਚ ਡਾਲਰ ਅਤੇ ਇੰਗਲੈਂਡ 'ਚ ਪੌਂਡ ਇਹ ਮੁਦਰਾ ਦੇ ਰੂਪ ਹਨ। ਮੁਦਰਾ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹਨ, ਉਹ ਮੁਦਰਾ ਦੀਆਂ ਪੜ੍ਹੀਆਂ ਸੀ ਅਸੀਂ ਵਿਸ਼ੇਸ਼ਤਾਵਾਂ। ਤਾਂ ਮੁਦਰਾ ਕੀ ਹੈ? ਮੁਦਰਾ ਵਟਾਂਦਰੇ ਦਾ ਮਾਧਿਅਮ ਹੈ। ਇਹ ਮੁੱਲ ਦੀ ਪ੍ਰਮਾਣਿਕ ਇਕਾਈ ਹੈ। ਇਸੇ ਤਰ੍ਹਾਂ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਭੁਗਤਾਨ ਦਾ ਮਾਧਿਅਮ ਹੈ। ਸਰਕਾਰ ਵੱਲੋਂ ਇਸ ਨੂੰ ਮਾਨਤਾ ਦਿੱਤੀ ਜਾਂਦੀ ਹੈ, ਅਤੇ ਮੁਦਰਾ ਨੂੰ ਕਿਸੇ ਵੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ। ਅੱਗੇ ਅਸੀਂ ਡਿਮਾਂਡ ਦੀ ਗੱਲ ਕੀਤੀ ਸੀ। ਤਾਂ ਮੰਗ ਇੱਕ ਵਸਤੂ ਜਾਂ ਦੀ ਉਸ ਮਾਤਰਾ ਨੂੰ ਦਰਸਾਉਂਦੀ ਹੈ, ਜਿਸ ਨੂੰ ਭੋਗੀ ਇੱਕ ਨਿਸ਼ਚਿਤ ਸਮੇਂ 'ਤੇ ਹਰ ਸੰਭਵ ਕੀਮਤ 'ਤੇ ਖਰੀਦਣ ਦੇ ਯੋਗ ਅਤੇ ਇੱਛੁਕ ਹੁੰਦਾ। ਜਿਵੇਂ ਇੱਕ ਵਿਅਕਤੀ ਅਗਰ 1 ਰੁਪਏ ਪ੍ਰਤੀ ਚਾਕਲੇਟ ਕੀਮਤ 'ਤੇ 5 ਚਾਕਲੇਟ ਖਰੀਦਣ ਲਈ ਤਿਆਰ ਹੈ, ਤਾਂ ਮੰਗ ਜਿਹੜੀ ਹੈਗੀ 5 ਚਾਕਲੇਟ ਹੈ। ਜਦੋਂ ਵਿਅਕਤੀ 2 ਰੁਪਏ ਪ੍ਰਤੀ ਚਾਕਲੇਟ 'ਤੇ 3 ਚਾਕਲੇਟ ਖਰੀਦਣਾ ਚਾਹੁੰਦਾ ਹੈ, ਤਾਂ ਮੰਗ 3 ਚਾਕਲੇਟ ਹੈ। ਇਸੇ ਤਰ੍ਹਾਂ ਜਦੋਂ ਵਸਤੂਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ, ਤਾਂ ਬਾਜ਼ਾਰ ਵਿੱਚ ਉਸ ਦੀ ਵਸਤੂ ਦੀ ਮੰਗ ਘੱਟ ਹੁੰਦੀ ਹੈ। ਅਤੇ ਜਦੋਂ ਵਸਤੂਆਂ ਦੀਆਂ ਕੀਮਤਾਂ ਘੱਟ ਜਾਂਦੀਆਂ ਹਨ, ਕੀਮਤ ਜਦੋਂ ਘੱਟ ਹੁੰਦੀ ਹੈ, ਤਾਂ ਉਸ ਦੀ ਮੰਗ ਵੱਧ ਜਾਂਦੀ ਹੈ। ਤਾਂ ਮੰਗ ਤੋਂ ਬਾਅਦ ਅਸੀਂ ਪੜ੍ਹਿਆ ਸੀ ਸਪਲਾਈ ਬਾਰੇ। ਤਾਂ ਪੂਰਤੀ ਤੋਂ ਭਾਵ, ਇਹਨੂੰ ਸਪਲਾਈ ਨੂੰ ਪੂਰਤੀ ਕਹਿੰਦੇ ਆ। ਪੂਰਤੀ ਤੋਂ ਭਾਵ ਵਸਤੂ ਦੀ ਉਹ ਮਾਤਰਾ ਹੈ ਜਿਹੜੀ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ 'ਤੇ ਨਿਸ਼ਚਿਤ ਕੀਮਤ 'ਤੇ ਵੇਚਣ ਲਈ ਤਿਆਰ ਹੁੰਦਾ ਹੈ। ਉਦਾਹਰਨ ਵਜੋਂ ਇੱਕ ਵਿਕਰੇਤਾ ਕੋਲ ਅਗਰ 50 ਚਾਕਲੇਟ ਹਨ, ਜਦੋਂ ਕੀਮਤ 5 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ, ਤਾਂ ਵਿਕਰੇਤਾ ਕੋਈ ਵੀ ਚਾਕਲੇਟ ਵੇਚਣਾ ਨਹੀਂ ਚਾਹੁੰਦਾ। ਪਰ ਜਦੋਂ ਕੀਮਤ ਵੱਧ ਕੇ 10 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ, ਤਾਂ ਵਿਕਰੇਤਾ 10 ਚਾਕਲੇਟ ਵੇਚਣ ਲਈ ਤਿਆਰ ਹੁੰਦਾ। ਇਸ ਲਈ ਪੂਰਤੀ 10 ਚਾਕਲੇਟ ਹੈ। ਜਦੋਂ ਕੀਮਤ ਵੱਧ ਕੇ 20 ਰੁਪਏ ਪ੍ਰਤੀ ਚਾਕਲੇਟ ਹੁੰਦੀ ਹੈ, ਤਾਂ ਵਿਕਰੇਤਾ 30 ਚਾਕਲੇਟ ਵੇਚਦਾ, ਇਸ ਲਈ ਪੂਰਤੀ 30 ਚਾਕਲੇਟ ਹੋਵੇਗੀ। ਅਸੀਂ ਅੱਗੇ ਗੱਲ ਕੀਤੀ ਸੀ ਬਾਜ਼ਾਰ ਦੀ, ਮਾਰਕੀਟ ਦੀ। ਤਾਂ ਆਮ ਬੋਲਚਾਲ ਦੀ ਭਾਸ਼ਾ 'ਚ ਬਾਜ਼ਾਰ ਤੋਂ ਭਾਵ ਉਹ ਥਾਂ ਹੈ ਜਿੱਥੇ ਖਰੀਦਦਾਰ ਅਤੇ ਵਿਕਰੇਤਾ ਆਪਸ 'ਚ ਮਿਲਦੇ ਨੇ ਅਤੇ ਵਸਤੂਆਂ ਖਰੀਦਦੇ ਅਤੇ ਵੇਚਦੇ ਨੇ। ਪਰੰਤੂ ਅਰਥ ਸ਼ਾਸਤਰ ਦੇ ਵਿੱਚ ਬਾਜ਼ਾਰ ਦਾ ਅਰਥ ਹੈ ਅਜਿਹਾ ਪ੍ਰਬੰਧ
ਜਿੱਥੇ ਕਿਸੇ ਵਸਤੂ ਦੇ ਖਰੀਦਾਰ ਅਤੇ ਵਿਕਰੇਤਾ ਆਪਸ ਦੇ ਵਿੱਚ ਸੰਪਰਕ ਕਰਕੇ ਵਸਤੂਆਂ ਨੂੰ ਵੇਚਦੇ ਹਨ ਅਤੇ ਖਰੀਦਦੇ ਹਨ। ਇਹ ਜ਼ਰੂਰੀ ਨਹੀਂ ਕਿ ਉਹ ਇੱਕ ਦੂਜੇ ਦੇ ਸਾਹਮਣੇ ਹੋ ਕੇ ਖਰੀਦ ਵੇਚ ਕਰਨ, ਸਗੋਂ ਕਿਸੇ ਵੀ ਤਰੀਕੇ ਨਾਲ ਇੱਕ ਦੂਜੇ ਦੇ ਸੰਪਰਕ ਵਿੱਚ ਆ ਕੇ ਖਰੀਦ ਵੇਚ ਕਰ ਸਕਦੇ ਹਨ, ਜਿਵੇਂ ਟੈਲੀਫੋਨ ਰਾਹੀਂ, ਈਮੇਲ ਰਾਹੀਂ, ਔਨਲਾਈਨ, ਅਤੇ ਇਹ ਤਰੀਕੇ ਹਨ ਖਰੀਦ ਅਤੇ ਵੇਚ ਦੇ। ਤਾਂ ਕਿਸੇ ਵੀ ਤਰ੍ਹਾਂ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆ ਸਕਦੇ ਨੇ। ਤਾਂ ਅਜੋਕੇ ਸਮੇਂ ਦੇ ਵਿੱਚ ਅੱਜ ਕੱਲ੍ਹ ਔਨਲਾਈਨ ਖਰੀਦਦਾਰੀ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵਧਿਆ ਹੋਇਆ ਹੈ। ਅੱਗੇ ਅਸੀਂ ਗੱਲ ਕੀਤੀ ਸੀ ਕੋਸਟ ਦੀ। ਤਾਂ ਕੋਸਟ ਜਿਹੜੀ ਹੈਗੀ, ਲਾਗਤ, ਵਸਤੂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਕਰਨ ਤੱਕ ਮੁਦਰਾ ਦੇ ਰੂਪ ਦੇ ਵਿੱਚ ਜਿਹੜੀ ਰਾਸ਼ੀ ਖਰਚ ਕੀਤੀ ਜਾਂਦੀ ਹੈ, ਮੁਦਰਾ ਦੇ ਰੂਪ ਵਿੱਚ ਜਿਹੜੀ ਰਾਸ਼ੀ ਖਰਚ ਕੀਤੀ ਜਾਂਦੀ ਹੈ ਉਸ ਨੂੰ ਲਾਗਤ ਕਿਹਾ ਜਾਂਦਾ ਹੈ। ਉਦਾਹਰਨ ਸੀਗੀ, ਉਤਪਾਦਕ ਨੂੰ ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਣ ਤੱਕ ਬਹੁਤ ਸਾਰੇ ਖਰਚੇ, ਜਿਵੇਂ ਕੱਚਾ ਮਾਲ ਖਰੀਦਣਾ, ਮਜ਼ਦੂਰੀ ਦੇਣੀ, ਬਿਜਲੀ ਦਾ ਖਰਚਾ, ਇਹ ਲਾਗਤ ਦੇ ਰੂਪ ਵਿੱਚ ਖਰਚ ਕਰਨੇ ਪੈਂਦੇ ਨੇ। ਅੱਗੇ ਅਸੀਂ ਗੱਲ ਕੀਤੀ ਸੀ ਆਮਦਨ ਦੀ। ਤਾਂ ਵਸਤੂਆਂ ਦੀ ਵਿਕਰੀ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਬਦਲੇ ਇੱਕ ਵਿਅਕਤੀ ਨੂੰ ਜੋ ਰਾਸ਼ੀ ਪ੍ਰਾਪਤ ਹੁੰਦੀ ਹੈ ਉਸ ਨੂੰ ਆਮਦਨ ਕਹਿੰਦੇ ਆ। ਉਦਾਹਰਨ, ਇੱਕ ਫਰਮ ਅਗਰ ਹਰ ਰੋਜ਼ 100 ਕਮੀਜ਼ ਤਿਆਰ ਕਰਦੀ ਹੈ ਅਤੇ 100 ਰੁਪਏ ਪ੍ਰਤੀ ਕਮੀਜ਼ ਦੀ ਕੀਮਤ ਦੇ ਨਾਲ ਵੇਚਦੀ ਹੈ ਤਾਂ ਫਰਮ ਦੀ ਆਮਦਨ 10,000 ਰੁਪਏ ਹੋ ਗਈ। ਇਸੇ ਤਰ੍ਹਾਂ ਅਰਥ ਸ਼ਾਸਤਰ 'ਚ 10,000 ਦੀ ਰਕਮ ਉਸ ਫਰਮ ਦੀ ਆਮਦਨ ਹੈ। ਜੇਕਰ ਇੱਕ ਮਜ਼ਦੂਰ ਸਾਰਾ ਦਿਨ ਮਜ਼ਦੂਰੀ ਕਰਕੇ ਮਾਲਕ ਤੋਂ 400 ਰੁਪਏ ਪ੍ਰਾਪਤ ਕਰਦਾ ਹੈ ਤਾਂ ਮਜ਼ਦੂਰ ਦੀ ਆਮਦਨ 400 ਰੁਪਏ ਹੈ। ਅੱਗੇ ਅਸੀਂ ਆਰਥਿਕ ਅਤੇ ਅਣਆਰਥਿਕ ਕਿਰਿਆਵਾਂ ਪੜ੍ਹੀਆਂ ਸੀ। ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਜਿਹੜਾ ਹਰ ਮਨੁੱਖ ਸੀਮਤ ਸਾਧਨਾਂ ਨਾਲ ਆਪਣੀਆਂ ਸੀਮਤ ਲੋੜਾਂ ਨੂੰ ਪੂਰੀਆਂ ਕਰਨ ਦੀ ਕੁਝ ਕਿਰਿਆਵਾਂ ਕਰਦਾ ਹੈ। ਇਹਨਾਂ ਕਿਰਿਆਵਾਂ ਨੂੰ ਆਰਥਿਕ ਕਿਰਿਆਵਾਂ ਕਿਹਾ ਜਾਂਦਾ ਹੈ। ਇਹ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਆਰਥਿਕ ਕਿਰਿਆਵਾਂ ਧਨ ਕਮਾਉਣ ਦੇ ਉਦੇਸ਼ ਨਾਲ ਕੀਤੀਆਂ ਜਾਂਦੀਆਂ ਹਨ। ਉਦਾਹਰਨ ਵਜੋਂ ਇੱਕ ਅਧਿਆਪਕ ਦੁਆਰਾ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਅਤੇ ਡਾਕਟਰ ਦੁਆਰਾ ਮਰੀਜ਼ਾਂ ਦਾ ਇਲਾਜ ਕਰਕੇ ਧਨ ਕਮਾਉਣਾ ਇਹ ਆਰਥਿਕ ਕਿਰਿਆ ਹੈ। ਪ੍ਰੋਫੈਸਰ ਬੋਲਡਿੰਗ ਨੇ ਇਹਨਾਂ ਨੂੰ ਆਰਥਿਕ ਕਿਰਿਆਵਾਂ ਨੂੰ 4 ਭਾਗਾਂ 'ਚ ਵੰਡਿਆ, ਜਿਹਦੇ 'ਚ ਉਪਭੋਗ, ਉਤਪਾਦਨ, ਵਟਾਂਦਰਾ ਅਤੇ ਵੰਡ, ਕੰਜ਼ੰਪਸ਼ਨ, ਪ੍ਰੋਡਕਸ਼ਨ, ਐਕਸਚੇਂਜ ਐਂਡ ਡਿਸਟਰੀਬਿਊਸ਼ਨ। ਅਤੇ ਇਕਨੋਮਿਕ ਐਕਟੀਵਿਟੀਜ਼ ਜਿਹੜੀਆਂ ਹੈਗੀਆਂ 4 ਭਾਗਾਂ 'ਚ ਵੰਡੀਆਂ ਗਈਆਂ ਹਨ, ਕੰਜ਼ੰਪਸ਼ਨ, ਪ੍ਰੋਡਕਸ਼ਨ, ਐਕਸਚੇਂਜ ਅਤੇ ਡਿਸਟਰੀਬਿਊਸ਼ਨ। ਉਪਭੋਗ, ਉਤਪਾਦਨ, ਵਟਾਂਦਰਾ ਅਤੇ ਵੰਡ। ਇਸੇ ਤਰ੍ਹਾਂ ਅਣਆਰਥਿਕ ਕਿਰਿਆਵਾਂ ਜਿਹੜੀਆਂ ਹੈਗੀਆਂ, ਅਣਆਰਥਿਕ ਕਿਰਿਆਵਾਂ ਦੇ ਵਿੱਚ ਧਨ ਕਮਾਉਣ ਦੇ ਉਦੇਸ਼ ਨਾਲ ਨਹੀਂ ਇਹ ਕੀਤੀਆਂ ਜਾਂਦੀਆਂ ਹੈਗੀਆਂ। ਅਣਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਉਦੇਸ਼ ਧਨ ਨੂੰ ਪ੍ਰਾਪਤ ਕਰਨਾ ਨਹੀਂ ਹੁੰਦਾ। ਇਹ ਕਿਰਿਆਵਾਂ ਦੇਸ਼ ਭਗਤੀ, ਪਰਿਵਾਰ ਕਲਿਆਣ, ਸਮਾਜ ਸੇਵਾ, ਸਿਹਤ ਜਾਂ ਮਨੋਰੰਜਨ ਆਦਿ ਦੇ ਸੰਬੰਧ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਜਾਂਦੀਆਂ ਹਨ। ਤਾਂ ਉਹਨਾਂ ਨੂੰ ਮੁਦਰਾ ਦੇ ਮਾਪਦੰਡ ਨਹੀਂ ਮਾਪਿਆ ਜਾ ਸਕਦਾ। ਉਦਾਹਰਨ ਵਜੋਂ ਅਗਰ ਅਧਿਆਪਕ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਹੈ ਜਾਂ ਡਾਕਟਰ ਆਪਣੇ ਬੱਚੇ ਦਾ ਇਲਾਜ ਕਰਦਾ ਹੈ ਤਾਂ ਇਹ ਅਣਆਰਥਿਕ ਕਿਰਿਆ ਹੈ, ਕਿਉਂਕਿ ਇਸ ਦੇ ਵਿੱਚ ਉਹ ਧਨ ਨਹੀਂ ਕਮਾ ਰਿਹਾ। ਤਾਂ ਅੱਗੇ ਅਸੀਂ ਉਤਪਾਦਨ ਦੇ ਬਾਰੇ ਗੱਲ ਕੀਤੀ ਸੀ। ਤਾਂ ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸ ਦੇ ਰਾਹੀਂ ਵਸਤੂਆਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ। ਤਾਂ ਉਤਪਾਦਨ ਦਾ ਮੁੱਖ ਉਦੇਸ਼ ਇਹੋ ਜਿਹੀਆਂ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਕਰਨ ਤੋਂ ਹੁੰਦਾ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੁੰਦੀ ਹੈ। ਤਾਂ ਉਦਾਹਰਨ ਲਈਏ, ਇੱਕ ਤਰਖਾਣ ਲੱਕੜੀ ਤੋਂ ਮੇਜ਼, ਕੁਰਸੀ ਜਾਂ ਸੋਫਾ ਸੈੱਟ ਵਗੈਰਾ ਬਣਾਉਂਦਾ ਹੈ ਅਤੇ ਕਿਸਾਨ ਉਤਪਾਦਨ ਕਰਦਾ ਹੈ, ਲੱਕੜੀ ਤੋਂ ਕੁਰਸੀਆਂ, ਮੇਜ਼ ਜਾਂ ਸੋਫੇ ਸੈੱਟ ਬਣਾਉਂਦਾ ਹੈ। ਇਸੇ ਤਰ੍ਹਾਂ ਘੁਮਿਆਰ ਮਿੱਟੀ ਤੋਂ ਭਾਂਡੇ ਬਣਾਉਂਦਾ ਹੈ, ਲੁਹਾਰ ਲੋਹੇ ਦੇ ਔਜ਼ਾਰ ਬਣਾਉਂਦਾ ਹੈ ਅਤੇ ਹਲਵਾਈ ਦੁੱਧ, ਮੈਦੇ, ਵੇਸਣ ਤੋਂ ਕਈ ਪ੍ਰਕਾਰ ਦੀਆਂ ਮਠਿਆਈਆਂ ਤਿਆਰ ਕਰਦਾ ਹੈ। ਤਾਂ ਇਹਨਾਂ ਕਿਰਿਆਵਾਂ ਵਿੱਚ ਲੱਕੜ, ਮਿੱਟੀ, ਲੋਹਾ, ਦੁੱਧ, ਮੈਦਾ, ਵੇਸਣ ਆਦਿ ਜਿਹੜੀਆਂ ਵਸਤੂਆਂ ਦੀ ਉਪਯੋਗਤਾ ਅਤੇ ਕੀਮਤਾਂ ਵਿੱਚ ਵਾਧਾ ਹੋਇਆ ਤਾਂ ਇਸ ਨੂੰ ਸਾਰੀ ਕਿਰਿਆ ਨੂੰ ਉਤਪਾਦਨ ਕਿਹਾ ਜਾਂਦਾ ਹੈ। ਤਾਂ ਉਤਪਾਦਨ ਦੇ ਸਾਧਨ ਜਿਹੜੇ ਹੈਗੇ ਉਹ ਕੀ ਨੇ? ਤਾਂ ਉਤਪਾਦਨ ਦੇ ਸਾਧਨਾਂ ਵਿੱਚ ਵਸਤੂਆਂ ਦੇ ਉਤਪਾਦਨ ਦੇ ਲਈ 4 ਉਤਪਾਦਨ ਕਾਰਕਾਂ ਜਾਂ ਸਾਧਨਾਂ ਦੀ ਲੋੜ ਹੁੰਦੀ ਹੈ। ਇਹ 4 ਵੱਡੇ ਜਿਹੜੇ ਕਾਰਕਨ ਅਸੀਂ ਪੜ੍ਹੇ ਸੀ ਉਹ ਹੈਗੇ ਭੂਮੀ, ਕਿਰਤ, ਪੂੰਜੀ ਅਤੇ ਉਦਮੀ। ਤਾਂ ਭੂਮੀ ਇੱਕ ਕੁਦਰਤੀ ਸਾਧਨ ਹੈ, ਕਿਰਤ ਮਨੁੱਖੀ ਸਾਧਨ ਹੈ, ਭੂਮੀ ਕੁਦਰਤੀ ਸਾਧਨ ਹੈ, ਪੂੰਜੀ ਅਜਿਹਾ ਸਾਧਨ ਹੈ ਜਿਹੜਾ ਕਿ ਭੂਮੀ ਅਤੇ ਕਿਰਤ ਦੇ ਮਿਸ਼ਰਣ ਦਾ ਨਤੀਜਾ ਹੈ। ਤਾਂ ਉਦਮੀ ਉਹ ਮਨੁੱਖੀ ਸਾਧਨ ਹੈ ਜਿਹੜਾ ਬਾਕੀ ਸਾਧਨਾਂ ਨੂੰ ਇਕੱਠਾ ਕਰਕੇ ਉਤਪਾਦਨ ਕਰਨ ਦਾ ਜੋਖਮ ਉਠਾਉਂਦਾ ਹੈ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਦੇਖਿਆ ਕਿ ਉਤਪਾਦਨ ਦੇ ਸਾਧਨ ਦੇ ਵਿੱਚ ਵੱਡਾ ਯੋਗਦਾਨ ਭੂਮੀ ਦਾ ਹੁੰਦਾ ਹੈ। ਇਸੇ ਤਰ੍ਹਾਂ
ਵਸਤੂਆਂ ਦੇ ਉਤਪਾਦਨ ਲਈ 4 ਉਤਪਾਦਨ ਕਾਰਕਾਂ ਦੀ ਲੋੜ ਹੈ, ਜਿਹਦੇ ਵਿੱਚ ਭੂਮੀ ਵੱਡਾ ਯੋਗਦਾਨ ਪਾਉਂਦੀ ਹੈ। ਭੂਮੀ, ਕਿਰਤ ਪੂੰਜੀ ਅਤੇ ਉਦਮੀ। ਤਾਂ ਇਹ ਉਤਪਾਦਨ ਦੇ ਸਾਧਨ। ਅਸੀਂ ਅੱਗੇ ਇੱਕ ਪਿੰਡ ਦੀ ਕਾਲਪਨਿਕ ਕਹਾਣੀ ਲਈ, ਤਾਂ ਉਸ ਪਿੰਡ ਦੀ ਕਾਲਪਨਿਕ ਕਹਾਣੀ ਦੇ ਰਾਹੀਂ ਅਸੀਂ ਉਤਪਾਦਨ ਦੀ ਜਿਹੜੀ ਕਿਰਿਆ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਜਿਹੜਾ ਅਸੀਂ ਪਿੰਡ ਦੀ ਗੱਲ ਕਰ ਰਹੇ ਹਾਂ, ਇਹ ਪਿੰਡ ਪੰਜਾਬ ਵਿੱਚ ਸਥਿਤ ਹੈ, ਜਿਹੜਾ ਕਿ ਆਲੇ ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਨਾਲ ਭਲੀ ਭਾਂਤੀ ਛੋਟੀਆਂ ਸੜਕਾਂ ਰਾਹੀਂ ਜੁੜਿਆ ਹੋਇਆ। ਇਹਨਾਂ ਸੜਕਾਂ 'ਤੇ ਬੈਲ ਗੱਡੀਆਂ, ਤੂੜੀ ਅਤੇ ਗੰਨਿਆਂ ਨਾਲ ਲੱਦੇ ਟਰੈਕਟਰ, ਟਰਾਲੀਆਂ ਸਮੇਤ ਹਰ ਤਰ੍ਹਾਂ ਦੇ ਵਾਹਨ ਜਿਵੇਂ ਬੱਸਾਂ, ਕਾਰਾਂ, ਮੋਟਰਸਾਈਕਲ, ਸਾਈਕਲ ਇਹ ਦੇਖੇ ਜਾ ਸਕਦੇ ਨੇ। ਅਤੇ ਜਿਸ ਪਿੰਡ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਪਿੰਡ ਦੇ ਵਿੱਚ ਲਗਭਗ 400 ਪਰਿਵਾਰ ਰਹਿੰਦੇ ਹਨ। ਇਸ ਪਿੰਡ ਦੇ ਬਹੁਤੇ ਘਰ ਪੱਕੇ ਨੇ, ਉਹਨਾਂ ਕੋਲ ਬਿਜਲੀ ਦੀ ਸਹੂਲਤ ਹੈ। ਅਤੇ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਵੀ ਹੈ, ਅਤੇ ਇਸ ਪ੍ਰਾਇਮਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ, ਅਧਿਆਪਕ ਪੜ੍ਹਾਉਂਦੇ ਆ। ਅਤੇ ਇੱਥੇ ਇੱਕ ਸਰਕਾਰੀ ਡਿਸਪੈਂਸਰੀ ਵੀ ਹੈ। ਸਰਕਾਰੀ ਡਿਸਪੈਂਸਰੀ 'ਚ ਇੱਕ ਡਾਕਟਰ, ਨਰਸ ਅਤੇ ਇੱਕ ਸੇਵਾਦਾਰ ਹੈ। ਨੇੜੇ ਦੇ ਇੱਕ ਹੋਰ ਪਿੰਡ ਜਿਹੜੇ ਹੈਗੇ, ਆਲੇ ਦੁਆਲੇ ਦੇ ਜਿਹੜੇ ਪਿੰਡ ਨੇ, ਉਹਨਾਂ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵੀ ਨੇ। ਤਾਂ ਇਸ ਪਿੰਡ ਦੀ ਕਹਾਣੀ ਨੂੰ ਸਾਨੂੰ ਭਾਰਤ ਦੇ ਜ਼ਿਆਦਾਤਰ ਪਿੰਡਾਂ ਵਿੱਚ ਭਿੰਨ ਭਿੰਨ ਤਰ੍ਹਾਂ ਦੀਆਂ ਉਤਪਾਦਨ ਸੰਬੰਧੀ ਕਿਰਿਆਵਾਂ ਬਾਰੇ ਇਹ ਦੱਸੂਗੀ। ਤਾਂ ਭਾਰਤ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਜਿਹੜਾ ਮੁੱਖ ਧੰਦਾ ਹੈ ਉਹ ਖੇਤੀਬਾੜੀ ਹੈ। ਅਤੇ ਇਸ ਪਿੰਡ ਦਾ ਵੀ ਮੁੱਖ ਧੰਦਾ ਖੇਤੀਬਾੜੀ ਹੈ। ਅਤੇ ਇਸ ਪਿੰਡ ਦਾ ਕੰਮ ਕਰਨ ਦੇ ਯੋਗ ਜਿਹੜੀ 80% ਲੋਕ ਹਨ, ਉਹ ਆਪਣੀ ਰੋਜ਼ੀ ਰੋਟੀ ਲਈ ਖੇਤੀ 'ਤੇ ਨਿਰਭਰ ਨੇ। ਤਾਂ ਭਾਰਤ ਦੇ ਬਾਕੀ ਪਿੰਡਾਂ ਦੇ ਵਿੱਚ, ਬਾਕੀ ਪਿੰਡਾਂ ਵਾਂਗ ਵੀ ਇਸ ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ ਹੈ। ਤਾਂ ਖੇਤੀ ਕਰਨ ਦੇ ਯੋਗ ਜਿਹੜੇ 80% ਲੋਕ ਹਨ, ਉਹ ਆਪਣੀ ਰੋਜ਼ੀ ਰੋਟੀ ਖੇਤੀ 'ਤੇ ਹੀ ਨਿਰਭਰ ਨੇ, ਖੇਤੀ ਤੋਂ ਹੀ ਕਮਾਉਂਦੇ ਆ। ਜਿਵੇਂ ਹਰ ਉਤਪਾਦਨ ਲਈ 4 ਕਾਰਕਾਂ ਭੂਮੀ, ਕਿਰਤ ਪੂੰਜੀ ਅਤੇ ਉਦਮੀ ਦੀ ਜ਼ਰੂਰਤ ਹੁੰਦੀ ਹੈ, ਇਸੇ ਤਰ੍ਹਾਂ ਖੇਤੀ ਉਤਪਾਦਨ ਲਈ ਵੀ ਇਹਨਾਂ 4 ਕਾਰਕਾਂ ਦੀ ਜਿਹੜੀ ਜ਼ਰੂਰਤ ਹੈ, ਅਸੀਂ ਉਹਦੇ ਬਾਰੇ ਇੱਥੇ ਪੜ੍ਹਾਂਗੇ। ਸਭ ਤੋਂ ਪਹਿਲਾਂ ਇਹ ਸਾਡੇ ਕੋਲ ਲੈਂਡ, ਭੂਮੀ। ਤਾਂ ਭੂਮੀ ਜਿਹੜੀ ਹੈਗੀ, ਇਹ ਖੇਤੀਯੋਗ ਭੂਮੀ ਖੇਤੀ ਉਤਪਾਦਨ ਦਾ ਮੁੱਖ ਸਾਧਨ ਹੈ। ਅਤੇ ਇੱਥੇ ਇਹ ਇੱਕ ਪਰਮਾਤਮਾ ਦੀ ਕੁਦਰਤੀ ਦੇਣ ਹੈ, ਕੁਦਰਤੀ ਸਾਧਨ ਹੈ ਇਹ। ਪਿੰਡ ਵਿੱਚ ਭੂਮੀ ਦਾ ਖੇਤਰ ਸੀਮਿਤ ਹੈ ਅਤੇ ਨਿਸ਼ਚਿਤ ਹੈ, ਪਰ ਜਨਸੰਖਿਆ ਸਾਨੂੰ ਪਤਾ ਹੈ ਕਿ ਹਰ ਸਾਲ ਵੱਧਦੀ ਰਹਿੰਦੀ ਹੈ। ਖੇਤੀਯੋਗ ਭੂਮੀ ਨੂੰ ਵਧਾਇਆ ਨਹੀਂ ਜਾ ਸਕਦਾ, ਕਿਉਂਕਿ ਪਿੰਡ ਦੇ ਨਾਲ ਲੱਗਦੀ ਜ਼ਮੀਨ ਜਿਹੜੀ ਹੈਗੀ ਉਹ ਗੁਆਂਢੀ ਪਿੰਡਾਂ ਦੀ ਹੈ। ਹਾਲਾਂਕਿ ਭੂਮੀ ਸਥਿਰ ਹੈ, ਇਸ ਦੇ ਵੱਖ-ਵੱਖ ਹਿੱਸਿਆਂ ਦੀ ਉਪਜਾਊ ਸ਼ਕਤੀ ਵੱਖੋ ਵੱਖਰੀ ਹੈ। ਤਾਂ ਭੂਮੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਤਾਂ ਭੂਮੀ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਅਨਮੁੱਲੀ ਸੌਗਾਤ ਹੈ। ਭੂਮੀ ਦੀ ਪੂਰਤੀ ਸੀਮਿਤ ਹੈ, ਭੂਮੀ ਜਿਹੜੀ ਹੈਗੀ ਸਥਿਰ ਹੈ। ਜੇ ਅਸੀਂ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ 'ਚ ਭੂਮੀ ਦੀ ਮਾਪਦੰਡ ਇਕਾਈ ਹੈਕਟੇਅਰ ਹੈ। 1 ਹੈਕਟੇਅਰ ਅੱਧੇ ਏਕੜ ਦੇ ਬਰਾਬਰ ਹੁੰਦਾ ਹੈ। ਅਤੇ 1 ਏਕੜ ਵਿੱਚ 8 ਕਨਾਲ ਹੁੰਦੇ ਨੇ, ਅਤੇ 1 ਕਨਾਲ ਵਿੱਚ 20 ਮਰਲੇ ਹੁੰਦੇ ਨੇ। 1 ਮਰਲਾ ਜਿਹੜਾ ਹੈਗਾ ਉਹ 25 ਵਰਗ ਗਜ਼ ਦਾ ਹੁੰਦਾ। ਭਾਰਤ ਦੇ ਦੂਜੇ ਪਿੰਡ ਜਿਹੜੇ ਹੈਗੇ, ਉਹਨਾਂ 'ਚ ਵਿੱਘਾ, ਗੋਇਠਾ ਵਰਗੀਆਂ ਇਕਾਈਆਂ ਵੀ ਚੱਲਦੀਆਂ ਹਨ। ਤਾਂ ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਜਿਹੜੇ ਤਰੀਕੇ ਨੇ, ਉਹ ਇਸ ਪਿੰਡ ਦੇ ਵਿੱਚ ਵੀ ਅਪਣਾਏ ਜਾਂਦੇ ਨੇ। ਅਤੇ ਪਿੰਡ ਦੀ ਸਾਰੀ ਖੇਤੀਯੋਗ ਭੂਮੀ ਖੇਤੀ ਲਈ ਵਰਤੀ ਜਾ ਰਹੀ ਹੈ। ਤਾਂ ਭੂਮੀ ਦਾ ਕੋਈ ਵੀ ਹਿੱਸਾ ਖਾਲੀ ਨਹੀਂ ਛੱਡਿਆ ਜਾਂਦਾ। ਇਸ ਪਿੰਡ ਦੇ ਕਿਸਾਨ ਇੱਕ ਸਾਲ ਵਿੱਚ 3 ਫਸਲਾਂ ਪੈਦਾ ਕਰਨ ਦੀ ਯੋਗਤਾ ਰੱਖਦੇ ਨੇ, ਕਿਉਂਕਿ ਇੱਥੇ ਸਿੰਚਾਈ ਅਤੇ ਬਿਜਲੀ ਦੀ ਚੰਗੀ ਵਿਵਸਥਾ ਹੈ। ਅਪ੍ਰੈਲ ਦੇ ਮਹੀਨੇ ਵਿੱਚ ਕਣਕ ਦੀ ਵਾਢੀ ਤੋਂ ਬਾਅਦ ਕਿਸਾਨ ਸੂਰਜਮੁਖੀ ਜਾਂ ਮੱਕੀ ਦੀ ਫਸਲ ਬੀਜਦੇ ਨੇ, ਜਿਹੜੀ ਕਿ 60 ਦਿਨਾਂ ਵਿੱਚ ਵੱਢ ਲਈ ਜਾਂਦੀ ਹੈ। ਇਸ ਤੋਂ ਬਾਅਦ ਧਾਨ ਦੀ ਫਸਲ ਬੀਜੀ ਜਾਂਦੀ ਹੈ, ਅਤੇ ਇਹ ਫਸਲ ਸਤੰਬਰ, ਅਕਤੂਬਰ 'ਚ ਵੱਢੀ ਜਾਂਦੀ ਹੈ। ਸਰਦੀ ਦੇ ਮੌਸਮ ਵਿੱਚ ਰਬੀ ਫਸਲਾਂ ਜਿਵੇਂ ਕਣਕ, ਜੌਂ, ਛੋਲੇ, ਸਰੋਂ ਬੀਜੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਭੂਮੀ 'ਤੇ ਗੰਨੇ ਦੀ ਫਸਲਾਂ ਜਾਂ ਮੌਸਮੀ ਸਬਜ਼ੀਆਂ ਬੀਜਣ ਲਈ ਵੀ ਵਰਤੀ ਜਾਂਦੀ ਹੈ। ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫਸਲਾਂ ਪੈਦਾ ਕਰਨ ਨੂੰ ਬਹੁ ਫਸਲੀ ਪ੍ਰਣਾਲੀ ਕਹਿੰਦੇ ਆ। ਅਤੇ ਇਹ ਭੂਮੀ ਦੇ ਇੱਕ ਟੁਕੜੇ ਦੀ ਉਪਜ ਵਧਾਉਣ ਦੇ ਸਭ ਤੋਂ ਵੱਧ ਪ੍ਰਚਲਿਤ ਪ੍ਰਣਾਲੀ ਹੈ। ਅਤੇ ਅਜਿਹਾ ਬਿਜਲੀ ਨਾਲ ਚੱਲਣ ਵਾਲੇ ਟਿਊਬਵੈੱਲ ਅਤੇ ਕਿਸਾਨਾਂ ਨੂੰ ਨਿਰੰਤਰ ਦਿੱਤੀ ਜਾਣ ਵਾਲੀ ਬਿਜਲੀ ਨਾਲ ਹੀ ਸੰਭਵ ਹੋਇਆ। ਪਿੰਡ ਕੋਲੋਂ ਵਹਿੰਦੀ ਨਹਿਰ ਵੀ ਪਿੰਡ ਦੇ ਖੇਤਾਂ ਦੀ ਸਿੰਚਾਈ ਕਰਨ ਦਾ ਇੱਕ ਵਧੀਆ ਸਾਧਨ ਹੈ। ਤਾਂ ਭਾਰਤ ਦੇ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਦੀ ਉੱਚ ਪੱਧਰ ਦੀ ਸਿੰਚਾਈ ਵਿਵਸਥਾ ਨਹੀਂ ਹੈਗੀ। ਜ਼ਿਆਦਾ ਵਰਖਾ ਕਰਕੇ ਸਾਡੇ ਦੇਸ਼ 'ਚ ਤੱਟਵਰਤੀ ਇਲਾਕਿਆਂ 'ਚ ਚੰਗੀ ਸਿੰਚਾਈ ਹੁੰਦੀ ਹੈ, ਪਠਾਰੀ ਖੇਤਰ 'ਚ ਸਿੰਚਾਈ ਘੱਟ ਹੁੰਦੀ ਹੈ। ਸਾਡੇ ਦੇਸ਼ 'ਚ ਕੁੱਲ ਖੇਤੀਯੋਗ ਖੇਤਰ ਦਾ ਜਿਹੜਾ 40% ਖੇਤਰ ਵਿੱਚ ਸਿੰਚਾਈ ਹੁੰਦੀ ਹੈ। ਅੱਜ ਵੀ ਖੇਤੀ ਜਿਹੜੀ ਹੈਗੀ ਵੱਡੇ ਪੱਧਰ 'ਤੇ ਸਿਰਫ ਵਰਖਾ 'ਤੇ ਨਿਰਭਰ ਕਰਦੀ ਹੈ।
ਪੰਜਾਬ ਵਿੱਚ ਸਿੰਚਾਈ ਦੇ ਬੜੇ ਵਧੀਆ ਸਾਧਨ, ਨਹਿਰਾਂ ਨਾਲ, ਟਿਊਬਵੈੱਲ, ਡੀਜ਼ਲ ਨਾਲ ਚੱਲਣ ਵਾਲੇ ਪੰਪ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਤਾਂ ਬਹੁ-ਫਸਲੀ ਪ੍ਰਣਾਲੀ ਤੋਂ ਇਲਾਵਾ ਜ਼ਮੀਨ ਦੇ ਟੁਕੜੇ ਤੋਂ ਵੱਧ ਉਤਪਾਦਨ ਦਾ ਜਿਹੜਾ ਦੂਜਾ ਤਰੀਕਾ ਹੈ ਉਹ ਖੇਤੀ ਵਿੱਚ ਆਧੁਨਿਕ ਢੰਗਾਂ ਦਾ ਪ੍ਰਯੋਗ ਹੈ। ਜੇਕਰ ਕਿਸਾਨ ਦੇਖੀਏ ਤਾਂ ਵੱਧ ਝਾੜ ਦੇਣ ਵਾਲੇ ਬੀਜ, ਰਸਾਇਣਿਕ ਖਾਦਾਂ, ਜੈਵਿਕ ਖਾਦਾਂ ਦੀ ਉਚਿਤ ਮਾਤਰਾ, ਕੀਟਨਾਸ਼ਕ ਦਵਾਈਆਂ, ਖੇਤੀ ਦੇ ਸੁਧਰੇ ਹੋਏ ਉਪਕਰਨ ਜਿਵੇਂ ਟਰੈਕਟਰ ਹੋ ਗਏ ਤਾਂ ਇਹਦਾ ਪ੍ਰਯੋਗ ਕਰਦੇ ਨੇ। ਤਾਂ ਫਸਲ ਦੀ ਜਿਹੜੀ ਪ੍ਰਤੀ ਹੈਕਟੇਅਰ ਉਪਜ ਹੈ ਉਹ ਕਾਫੀ ਹੱਦ ਤੱਕ ਵਧਾਈ ਜਾਂਦੀ ਹੈ। ਸੰਨ 66-67 'ਚ ਹਰੀ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ, ਜਿਸ ਨਾਲ ਖੇਤੀ ਦੇ ਉਤਪਾਦਨ ਮੁੱਖ ਤੌਰ 'ਤੇ ਕਣਕ ਅਤੇ ਚਾਵਲ ਵਿੱਚ ਸਧਾਰਨ ਵਾਧਾ ਹੋਇਆ ਸੀ। ਤਾਂ ਅਜਿਹਾ ਵਾਧਾ ਵੱਧ ਝਾੜ ਦੇਣ ਵਾਲੇ ਬੀਜਾਂ ਦੇ ਨਾਲ ਹੀ ਰਸਾਇਣਿਕ ਖਾਦਾਂ ਅਤੇ ਸਿੰਚਾਈ ਦੀਆਂ ਵਿਧੀਆਂ ਦੇ ਜਿਹੜਾ ਵਰਤੋਂ ਨਾਲ ਸੰਭਵ ਹੋਇਆ ਸੀ। ਤਾਂ ਭਾਰਤ ਵਿੱਚ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਖੇਤੀ ਦੇ ਆਧੁਨਿਕ ਤਰੀਕਿਆਂ ਦਾ ਸਭ ਤੋਂ ਪਹਿਲਾਂ ਪ੍ਰਯੋਗ ਸ਼ੁਰੂ ਕੀਤਾ ਸੀਗਾ। ਅਤੇ ਜਿਸ ਪਿੰਡ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਪਿੰਡ ਦੇ ਕਿਸਾਨਾਂ ਨੇ ਵੀ ਵੱਧ ਝਾੜ ਵਾਲੇ ਬੀਜਾਂ ਦਾ ਪ੍ਰਯੋਗ ਨਾਲ ਖੇਤੀ ਦੇ ਸੁਧਰੇ ਹੋਏ ਉਪਕਰਨਾਂ ਨਾਲ ਕਣਕ ਅਤੇ ਚਾਵਲ ਦੇ ਉਤਪਾਦਨ ਵਿੱਚ ਵਾਧਾ ਕੀਤਾ ਹੈ। ਤਾਂ ਭੂਮੀ ਦੀ ਅਗਰ ਅਸੀਂ ਅਵਿਨਾਸ਼ਤਾ ਦੀ ਗੱਲ ਕਰੀਏ ਤਾਂ ਭੂਮੀ ਕੁਦਰਤੀ ਸੋਮਾ ਹੈ, ਜਿਸ ਕਰਕੇ ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕੇਵਲ ਲੋੜ ਅਨੁਸਾਰ ਹੀ ਕਿਸੇ ਵਿਸ਼ੇਸ਼ ਸਥਾਨ ਦੇ ਆਕਾਰ ਨੂੰ ਬਦਲਿਆ ਜਾ ਸਕਦਾ ਹੈ। ਜਿਵੇਂ ਜੇ ਇੱਕ ਭੂਮੀ ਦੇ ਟੁਕੜੇ ਉੱਤੇ ਬਗੀਚਾ ਜਾਂ ਜੰਗਲ ਜਾਂ ਫਿਰ ਝੀਲ ਬਣਾਈ ਜਾ ਸਕਦੀ ਹੈ। ਭੂਮੀ ਕੁਦਰਤੀ ਸੋਮਾ ਹੈ, ਤਾਂ ਭੂਮੀ ਕੁਦਰਤੀ ਸੋਮਾ ਹੋਣ ਕਰਕੇ ਇਹਨੂੰ ਆਧੁਨਿਕ ਖੇਤੀ ਦੀਆਂ ਵਿਧੀਆਂ ਨੇ ਭੂਮੀ ਦੇ ਉਪਜਾਊਪਣ ਨੂੰ ਘੱਟ ਕਰ ਦਿੱਤਾ। ਭਾਵੇਂ ਅਜਿਹੀਆਂ ਵਿਧੀਆਂ ਦੇ ਪ੍ਰਯੋਗ ਨਾਲ ਪਹਿਲੇ ਦੌਰ ਵਿੱਚ ਫਸਲਾਂ ਦੀ ਕੁੱਲ ਉਪਜ ਵਿੱਚ ਵਾਧਾ ਹੋਇਆ ਸੀ, ਪਰ ਰਸਾਇਣਿਕ ਖਾਦਾਂ ਦੀ ਜਿਹੜੀ ਵਰਤੋਂ ਹੈ, ਰਸਾਇਣਿਕ ਖਾਦਾਂ ਦੀ ਵੱਧ ਵਰਤੋਂ ਜਿਹੜੀ ਹੈਗੀ ਉਹਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਹੌਲੀ ਹੌਲੀ ਘੱਟ ਜਾਊਗੀ। ਟਿਊਬਵੈੱਲ ਦੁਆਰਾ ਸਿੰਚਾਈ ਦੇ ਨਿਰੰਤਰ ਜਿਹੜਾ ਲਗਾਤਾਰ ਪ੍ਰਯੋਗ ਹੈ, ਇਹਦੇ ਨਾਲ ਧਰਤੀ ਦਾ ਹੇਠਲਾ ਪਾਣੀ ਦਾ ਪੱਧਰ ਘਟਿਆ। ਸਾਨੂੰ ਇਹ ਵੀ ਗੱਲ ਪਤਾ ਹੈ, ਧਰਤੀ ਦਾ ਘਟਦਾ ਪੱਧਰ, ਪਾਣੀ ਦਾ ਘਟਦਾ ਪੱਧਰ ਜਿਹੜਾ ਹੈਗਾ ਪੰਜਾਬ ਲਈ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ। ਤਾਂ ਹਰ ਸਾਲ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਟਿਊਬਵੈੱਲ ਡੂੰਘੇ ਕਰਨੇ ਪੈਂਦੇ ਆ। ਇਸ ਜੇ ਹਾਲਤ ਨੂੰ ਅਸੀਂ ਦੇਖੀਏ ਤਾਂ 20 ਸਾਲਾਂ ਵਿੱਚ, ਆਉਣ ਵਾਲੇ 20 ਸਾਲਾਂ 'ਚ ਧਰਤੀ ਦੇ ਹੇਠਲਾ ਪਾਣੀ ਲਗਭਗ ਖਤਮ ਹੋਣ ਦੇ ਕਿਨਾਰੇ ਪਹੁੰਚ ਜਾਊਗਾ। ਤਾਂ ਭਾਰਤ ਵਿੱਚ ਹਰ ਸਾਲ 35 ਮਿਲੀਅਨ ਹੈਕਟੇਅਰ ਖੇਤਾਂ ਦੀ ਸਿੰਚਾਈ 212 ਮਿਲੀਅਨ ਲੀਟਰ ਧਰਤੀ ਹੇਠਲੇ ਪਾਣੀ ਨਾਲ ਕੀਤੀ ਜਾਂਦੀ ਹੈ। ਤਾਂ ਭਵਿੱਖ ਵਿੱਚ ਖੇਤੀ ਦੇ ਵਿਕਾਸ ਲਈ ਸਾਨੂੰ ਵਾਤਾਵਰਨ ਦਾ ਧਿਆਨ ਰੱਖਣ ਦੀ ਵੀ ਬਹੁਤ ਜ਼ਰੂਰਤ ਹੈ, ਤਾਂ ਕਿ ਵਾਤਾਵਰਨ ਨੂੰ ਸੰਭਾਲਿਆ ਜਾ ਸਕੇ। ਅੱਜ ਇਕੱਲਾ ਪੰਜਾਬ ਜਿਹੜਾ ਹੈਗਾ ਉਹ ਸਮੁੱਚੇ ਕੇਂਦਰੀ ਭੰਡਾਰ 'ਚ 60% ਕਣਕ ਅਤੇ 35% ਝੋਨੇ ਦਾ ਯੋਗਦਾਨ ਪਾਉਂਦਾ ਹੈ। ਔਰ ਪੰਜਾਬ ਨੂੰ ਦੇਸ਼ ਦੀ ਅਨਾਜ ਦੀ ਟੋਕਰੀ ਵੀ ਕਿਹਾ ਜਾਂਦਾ, ਅਨਾਜ ਦੀ ਟੋਕਰੀ ਵਜੋਂ ਜਾਣਿਆ ਜਾਂਦਾ। ਅਤੇ ਬਹੁ ਫਸਲੀ ਵਿਧੀ ਦੇ ਕਾਰਨ ਫਸਲਾਂ 'ਚ ਪੈਦਾ ਹੋਣ ਵਾਲੀ ਜਿਹੜੀ ਠੋਸ ਰਹਿੰਦ ਖੂੰਹਦ ਹੈ ਉਹ ਵੱਡੀ ਇੱਕ ਚੁਣੌਤੀ ਹੈ। ਅਤੇ ਇਸ ਚੁਣੌਤੀ ਨੂੰ ਵੀ ਕਿਸਾਨ ਨੂੰ ਦੇਖਣਾ ਪੈਂਦਾ। ਤਾਂ ਰਵਾਇਤੀ ਖੇਤੀ 'ਚ ਕਿਸਾਨਾਂ ਵੱਲੋਂ ਜਿਹੜੀਆਂ ਵੱਖ-ਵੱਖ ਫਸਲਾਂ ਨੇ ਉਹਦੇ ਵਿੱਚ ਪੈਦਾ ਹੋਣ ਵਾਲੀ ਜਿਹੜੀ ਰਹਿੰਦ ਖੂੰਹਦ ਹੈ ਉਹਦੀ ਵਰਤੋਂ ਬਾਲਣ, ਚਾਰੇ, ਤੂੜੀ ਅਤੇ ਹੋਰ ਲਾਹੇਵੰਦ ਕਾਰਜਾਂ ਲਈ ਕੀਤੀ ਜਾਂਦੀ ਹੈ। ਪਰੰਤੂ ਜਿਹੜਾ ਹੁਣ ਕਿਸਾਨ ਹੈ, ਝੋਨੇ ਦੀ ਵਾਢੀ ਤੋਂ ਬਾਅਦ ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਅਤੇ ਰਹਿੰਦ ਖੂੰਹਦ ਜਿਹੜੀ ਹੈਗੀ ਉਹਦਾ ਢੁਕਵਾਂ ਪ੍ਰਬੰਧ ਨਾ ਹੋਣ ਕਾਰਨ ਮਜਬੂਰੀ ਦੇ ਵਿੱਚ ਆ ਕੇ ਉਸ ਪਰਾਲੀ ਨੂੰ ਅੱਗ ਲਾ ਦਿੰਦਾ ਅਤੇ ਖੇਤਾਂ 'ਚ ਸਾੜ ਦਿੰਦਾ। ਅਤੇ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਅੱਗ ਜਿਹੜੀ ਹੈਗੀ ਇਹਦੇ ਕਾਰਨ ਸਾਡਾ ਸਮੁੱਚਾ ਵਾਤਾਵਰਨ ਗੰਦਾ ਹੋ ਰਿਹਾ। ਖੇਤਾਂ ਦਾ ਪ੍ਰਾਸਥਿਕ ਸੰਤੁਲਨ ਜਿਹੜਾ ਹੈਗਾ ਉਹ ਲੜਖੜਾ ਚੁੱਕਿਆ। ਜ਼ਮੀਨ ਦੀ ਉੱਪਰਲੀ ਸਤ੍ਹਾ ਦਾ ਤਾਪਮਾਨ ਵਧਣ ਨਾਲ ਇਸ 'ਚ ਮਿਲਣ ਵਾਲੇ ਅਨੇਕ ਕਿਸਮ ਦੇ ਸੂਖਮ ਜੀਵ ਜਿਵੇਂ ਬੈਕਟੀਰੀਆ, ਉੱਲੀ, ਮਿੱਤਰ ਕੀੜੇ ਅਤੇ ਪੰਛੀ ਜਿਹੜੇ ਹੈਗੇ ਬੇਵਕਤੀ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਤਾਂ ਜ਼ਮੀਨ ਵਿੱਚ ਮਿਲਣ ਵਾਲੇ ਲਾਭਦਾਇਕ ਤੱਤ ਅਤੇ ਯੌਗਿਕ ਵੀ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਕਾਰਨ ਨਸ਼ਟ ਹੋ ਰਹੇ। ਤਾਂ ਸਿੱਟੇ ਵਜੋਂ ਸਾਡੀ ਜ਼ਮੀਨ ਦੀ ਸਿਹਤ ਹਰ ਸਾਲ ਨਿੱਘਰਦੀ ਜਾਂਦੀ ਹੈ। ਪਰਾਲੀ ਨੂੰ ਖੇਤਾਂ ਵਿੱਚ ਹੀ ਸਾੜਨ ਦੇ ਬਜਾਏ ਇਸ ਨੂੰ ਰੋਟਾਵੇਟਰ ਨਾਂ ਦੀ ਮਸ਼ੀਨ ਨਾਲ ਜ਼ਮੀਨ ਵਿੱਚ ਹੀ ਮਿਲਾਇਆ ਜਾ ਸਕਦਾ। ਸਿੱਟੇ ਵਜੋਂ ਪਰਾਲੀ ਵਿੱਚ ਮੌਜੂਦ ਜਿਹੜੇ ਖੁਰਾਕੀ ਤੱਤ ਹਨ ਉਹ ਮੁੜ ਮਿੱਟੀ 'ਚ ਮਿਲ ਜਾਣਗੇ ਅਤੇ ਅਗਲੇਰੀ ਫਸਲ ਦੇ ਵਿੱਚ ਵਾਧੇ ਦੇ ਇਹ ਸਹਾਈ ਸਿੱਧ ਹੋ ਸਕਦੇ। ਤਾਂ ਕਿਸਾਨਾਂ ਨੂੰ ਜ਼ਰੂਰਤ ਹੈ ਜਿਸ ਗੱਲ ਦੀ ਕਿ ਉਹ ਇਸ ਦੇ ਵੱਲ ਵਿਸ਼ੇਸ਼ ਧਿਆਨ ਦੇਣ। ਤਾਂ ਅਸੀਂ ਅੱਗੇ ਗੱਲ ਕਰਾਂਗੇ, ਜਿਸ ਪਿੰਡ ਦੀ ਅਸੀਂ ਗੱਲ ਕਰ ਰਹੇ ਹਾਂ ਇਸ ਦੇ ਕਿਸਾਨਾਂ 'ਚ ਭੂਮੀ ਦੀ ਵੰਡ ਦੀ। ਤਾਂ ਪਿੰਡ ਵਿੱਚ ਖੇਤੀ ਦੇ ਕੰਮ ਵਿੱਚ ਲੱਗੇ ਜਿਹੜੇ ਲੋਕ ਹਨ ਉਹਨਾਂ ਕੋਲ ਖੇਤੀ ਵਾਸਤੇ ਉਚਿਤ ਖੇਤਰਫਲ ਦੀ ਭੂਮੀ ਨਹੀਂ। ਪਿੰਡ 'ਚ 20 ਪਰਿਵਾਰ ਜ਼ਿਆਦਾ ਵਾਹੀਯੋਗ ਭੂਮੀ ਦੇ ਮਾਲਕ ਹਨ। 100 ਪਰਿਵਾਰ ਦਰਮਿਆਨੇ ਆਕਾਰ ਦੇ ਖੇਤੀ ਕਰਦੇ ਨੇ ਅਤੇ ਕੁਝ ਪਰਿਵਾਰ ਅਜਿਹੇ ਵੀ ਨੇ ਜਿਨ੍ਹਾਂ ਕੋਲ ਕੋਈ ਭੂਮੀ ਨਹੀਂ ਹੈਗੀ। ਤਾਂ ਉਹ ਜਾਂ ਥੋੜ੍ਹੀ ਵਾਹੀਯੋਗ ਭੂਮੀ ਹੈ। ਤਾਂ ਪਿੰਡ ਵਿੱਚ 50 ਦੇ ਲਗਭਗ ਅਜਿਹੇ ਪਰਿਵਾਰ ਵੀ ਨੇ ਜਿਨ੍ਹਾਂ ਕੋਲ ਕੋਈ ਖੇਤੀ ਕਰਨ ਲਈ ਭੂਮੀ ਹੈ ਹੀ ਨਹੀਂ। ਉਹ ਆਪਣਾ ਗੁਜ਼ਾਰਾ ਬਾਕੀ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਕੇ ਕਰਦੇ ਨੇ।
ਤਾਂ ਅਜਿਹੇ ਪਰਿਵਾਰਾਂ ਨੂੰ ਬੇਜ਼ਮੀਨੇ ਖੇਤ ਮਜ਼ਦੂਰਾਂ ਦੇ ਪਰਿਵਾਰ ਵੀ ਕਿਹਾ ਜਾਂਦਾ। ਤਾਂ ਪਿੰਡ ਦੇ ਕੁਝ ਕਿਸਾਨਾਂ ਦੇ ਖੇਤ ਛੋਟੇ ਹੀ ਨਹੀਂ ਬਲਕਿ ਬਿਖਰੇ ਹੋਏ ਨੇ, ਇਸ ਕਾਰਨ ਉਹਨਾਂ ਦੇ ਖੇਤਾਂ ਵਿੱਚ ਵਿਗਿਆਨਕ ਢੰਗਾਂ ਅਤੇ ਸਿੰਚਾਈ ਦੇ ਸਾਧਨ ਦਾ ਉਚਿਤ ਵਰਤੋਂ ਸੰਭਵ ਨਹੀਂ ਹੈਗੀ। ਤਾਂ ਭੂਮੀ ਦੀ ਸਥਿਰਤਾ ਜਿਹੜੀ ਹੈਗੀ ਉਹ ਬਰਕਰਾਰ ਹੈ। ਇਸ ਦੇ ਕਾਰਨ ਛੋਟੇ ਕਿਸਾਨ ਜਿਹੜੇ ਹੈਗੇ ਛੋਟੇ ਹਿੱਸਿਆਂ 'ਚ ਬਿਖਰੀ ਹੋਈ ਆਪਣੀ ਭੂਮੀ ਨੂੰ ਇਕੱਠਾ ਕਰਨ 'ਚ ਅਸਮਰਥ ਹਨ। ਤਾਂ ਭੂਮੀ ਆਪਣੇ ਆਪ ਵਿੱਚ ਕੁਝ ਪੈਦਾ ਨਹੀਂ ਕਰਦੀ। ਵੱਖ-ਵੱਖ ਤਰ੍ਹਾਂ ਦੀ ਪੂੰਜੀ ਨੂੰ ਮਨੁੱਖੀ ਕਿਰਤ ਅਤੇ ਭੂਮੀ ਨਾਲ ਮਿਸ਼ਰਣ ਕਰਕੇ ਕੁਝ ਵੀ ਪੈਦਾ ਕੀਤਾ ਜਾ ਸਕਦਾ। ਉਦਾਹਰਨ ਜੇ ਲਈਏ ਤਾਂ ਕਿਸਾਨ ਆਪਣੀ ਵਾਹੀਯੋਗ ਜ਼ਮੀਨ ਦੇ ਟੁਕੜੇ 'ਤੇ ਅਨਾਜ ਪੈਦਾ ਕਰਨ ਲਈ ਹਲ, ਆਪਣੀ ਕਿਰਤ ਸ਼ਕਤੀ, ਮਸ਼ੀਨ ਜਾਂ ਬਲਦਾਂ ਦੀ ਸ਼ਕਤੀ, ਬੀਜ ਜਾਂ ਕੀਟਨਾਸ਼ਕ ਦਵਾਈਆਂ ਅਤੇ ਪਾਣੀ ਦਾ ਪ੍ਰਯੋਗ ਲਗਾਤਾਰ ਕਰਦਾ ਹੈ। ਤਾਂ ਅੱਗੇ ਗੱਲ ਕਰਦੇ ਹਾਂ ਕਿਰਤ ਦੀ। ਤਾਂ ਕਿਰਤ ਉਤਪਾਦਨ ਦਾ ਇੱਕ ਹੋਰ ਕਿਰਿਆਸ਼ੀਲ ਕਾਰਕ ਹੈ। ਇਸ ਦੇ ਬਾਰੇ ਆਪਾਂ ਹੁਣ ਚਰਚਾ ਕਰਾਂਗੇ। ਤਾਂ ਆਮ ਤੌਰ 'ਤੇ ਕਿਰਤ ਦਾ ਅਰਥ ਕਿਸੇ ਵੀ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਕੰਮ ਤੋਂ ਹੈ ਜਿਹੜਾ ਕਿ ਕਿਸੇ ਉਦੇਸ਼ ਵਾਸਤੇ ਕੀਤਾ ਜਾਂਦਾ। ਪਰ ਅਰਥ ਸ਼ਾਸਤਰ ਵਿੱਚ ਕਿਰਤ ਦਾ ਅਰਥ ਮਨੁੱਖ ਦੇ ਸਾਰੇ ਉਹਨਾਂ ਉਪਰਾਲਿਆਂ ਤੋਂ ਹੈ ਜਿਹਦੇ ਵਿੱਚ ਸਰੀਰਕ ਅਤੇ ਮਾਨਸਿਕ ਉਪਰਾਲੇ ਆ ਗਏ ਜਿਹੜੇ ਕਿ ਧਨ ਪ੍ਰਾਪਤੀ ਲਈ ਕੀਤੇ ਜਾਂਦੇ ਨੇ। ਜੇਕਰ ਕੋਈ ਵਿਅਕਤੀ ਜਾਂ ਕੋਈ ਵਿਦਿਆਰਥੀ ਆਪਣੀ ਖੁਸ਼ੀ ਲਈ ਕੋਈ ਖੇਡ ਖੇਡਦਾ ਹੈ ਜਾਂ ਮਾਂ ਸਨੇਹ ਦੇ ਨਾਲ ਆਪਣੇ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆ ਜਿਹੜੀ ਹੈਗੀ ਉਹ ਕਿਰਤ ਨਹੀਂ ਮੰਨੀ ਜਾਵੇਗੀ, ਕਿਉਂਕਿ ਉਹਨਾਂ ਨੇ ਇਹ ਕੰਮ ਲਈ ਪੈਸੇ ਕਮਾਉਣ ਦੇ ਉਦੇਸ਼ ਨਾਲ ਨਹੀਂ ਕੀਤਾ। ਪਰ ਜਦੋਂ ਕ੍ਰਿਕਟ ਦਾ ਕੋਚ ਜਾਂ ਫੁੱਟਬਾਲ ਦਾ ਕੋਚ ਖਿਡਾਰੀਆਂ ਨੂੰ ਖੇਡਾਂ ਸਿਖਾਉਂਦਾ ਹੈ ਜਾਂ ਨਰਸ ਹਸਪਤਾਲ 'ਚ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਕਿਰਿਆਵਾਂ ਕਿਰਤ ਕਹਾਉਂਦੀਆਂ ਹਨ, ਕਿਉਂਕਿ ਇਹ ਆਰਥਿਕ ਜਾਂ ਵਿੱਤੀ ਮਿਹਨਤਾਂ ਨਾਲ ਪ੍ਰਾਪਤ ਕਰਨ ਲਈ ਕੀਤੀਆਂ ਗਈਆਂ ਸੀ। ਤਾਂ ਕਿਰਤ ਜਿਹੜੀ ਹੈਗੀ ਇਹ ਇੱਕ ਕਿਰਿਆਸ਼ੀਲ ਸਾਧਨ ਹੈ। ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਜਾ ਸਕਦਾ ਹੈ। ਭਾਰਤ ਵਿੱਚ ਕਿਰਤੀਆਂ ਦੀ ਜਨਸੰਖਿਆ ਵੱਧ ਹੈ। ਕਿਰਤ ਨੂੰ ਵੇਚਿਆ ਅਤੇ ਖਰੀਦਿਆ ਜਾ ਸਕਦਾ। ਅੱਗੇ ਅਸੀਂ ਗੱਲ ਕਰਾਂਗੇ ਪੂੰਜੀ ਦੀ। ਤਾਂ ਪੂੰਜੀ ਤੋਂ ਭਾਵ ਵਿਅਕਤੀ ਵੱਲੋਂ ਬਣਾਈਆਂ ਗਈਆਂ ਉਹ ਵਸਤੂਆਂ ਜਿਹੜੀਆਂ ਕਿ ਹੋਰ ਵਸਤੂਆਂ ਦੇ ਉਤਪਾਦਨ ਵਿੱਚ ਪ੍ਰਯੋਗ ਹੁੰਦੀਆਂ ਹਨ। ਇਹ ਉਤਪਾਦਨ ਦਾ ਉਤਪਾਦਿਤ ਸਾਧਨ ਹੈ, ਕਿਉਂਕਿ ਇਹ ਦੂਜੀਆਂ ਵਸਤੂਆਂ ਦੇ ਉਤਪਾਦਨ ਵਿੱਚ ਆਗਤਾਂ ਦੀ ਤਰ੍ਹਾਂ ਪ੍ਰਯੋਗ ਹੁੰਦੀਆਂ ਹਨ। ਜੇਕਰ ਇਮਾਰਤ ਦਾ ਪ੍ਰਯੋਗ ਨਿੱਜੀ ਘਰ ਵਾਸਤੇ ਕੀਤਾ ਜਾਂਦਾ ਤਾਂ ਉਹ ਪੂੰਜੀ ਨਹੀਂ ਹੋਵੇਗੀ। ਇਸੇ ਤਰ੍ਹਾਂ ਜੇ ਇਸ ਨੂੰ ਉਤਪਾਦਨ ਦੇ ਉਦੇਸ਼ ਨਾਲ ਵਰਤਿਆ ਜਾਂਦਾ ਤਾਂ ਉਹ ਪੂੰਜੀ ਹੋਊ। ਜਿਵੇਂ ਜਦੋਂ ਅਸੀਂ ਕਿਸੇ ਫੈਕਟਰੀ ਦੀ ਇਮਾਰਤ ਵਸਤੂ ਦੇ ਉਤਪਾਦਨ ਲਈ ਵਰਤਦੇ ਹਾਂ ਤਾਂ ਉਹ ਪੂੰਜੀ ਹੈ। ਬੈਂਕਾਂ ਵਿੱਚ ਰੱਖੀ ਗਈ ਮੁਦਰਾ ਪੂੰਜੀ ਹੈ, ਕਿਉਂਕਿ ਬੈਂਕ ਉਤਪਾਦਕ ਨੂੰ ਮੁਦਰਾ ਉਧਾਰ ਦਿੰਦਾ ਜਿਹੜਾ ਇਸ ਦਾ ਪ੍ਰਯੋਗ ਪੂੰਜੀ ਦੀ ਤਰ੍ਹਾਂ ਕਰਦਾ। ਹਾਲਾਂਕਿ ਪੈਸੇ ਜਮ੍ਹਾਂ ਕਰਾਉਣ ਲਈ ਵਿਆਜ ਵੀ ਮਿਲਦਾ। ਇੱਕ ਦੁਕਾਨ ਵਿੱਚ ਰਿਸੈਪਸ਼ਨ ਕਾਊਂਟਰ 'ਤੇ ਪਿਆ ਟੈਲੀਵਿਜ਼ਨ ਪੂੰਜੀ ਹੈ, ਪਰ ਉਹੀ ਜੇ ਟੈਲੀਵਿਜ਼ਨ ਘਰ ਪਿਆ ਹੋਵੇ ਤਾਂ ਪੂੰਜੀ ਨਹੀਂ ਹੈ। ਤਾਂ ਪੂੰਜੀ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ, ਮਨੁੱਖ ਕਿਰਤ ਦਾ ਸਾਧਨ ਹੈ, ਇਹ ਉਤਪਾਦਨ ਦਾ ਗੌਣ ਸਾਧਨ ਹੈ, ਪੂੰਜੀ ਹਸਤਾਂਤਰਿਕ ਹੁੰਦੀ ਹੈ ਅਤੇ ਪੂੰਜੀ ਦੀ ਘਸਾਈ ਹੁੰਦੀ ਰਹਿੰਦੀ ਹੈ। ਤਾਂ ਖੇਤੀ ਦੇ ਲਈ ਵੀ ਸਾਨੂੰ ਪੂੰਜੀ ਦੀ ਲੋੜ ਪੈਂਦੀ ਹੈ। ਅੱਗੇ ਸਾਡੇ ਕੋਲ ਅਸੀਂ ਪੜ੍ਹਿਆ ਸੀ ਉਦਮੀ। ਤਾਂ ਉਦਮੀ ਉਹ ਹੈ ਜਿਹੜਾ ਲਾਭ ਦੇ ਉਦੇਸ਼ ਨਾਲ ਕੰਮ ਕਰਦਾ, ਜੋਖਮ ਉਠਾਉਂਦਾ ਅਤੇ ਉਹ ਭੂਮੀ, ਕਿਰਤ ਅਤੇ ਪੂੰਜੀ ਵਿੱਚ ਤਾਲਮੇਲ ਦਾ ਉਤਪਾਦਨ ਕਰਦਾ। ਅਸੀਂ ਖੇਤੀ ਦੇ ਉਤਪਾਦਾਂ ਦਾ ਮੰਡੀਕਰਨ ਪੜ੍ਹਿਆ ਸੀਗਾ। ਖੇਤੀ ਸਹਾਇਕ, ਖੇਤੀ ਅਤੇ ਗੈਰ ਖੇਤੀ ਕਿਰਿਆਵਾਂ ਪੜ੍ਹੀਆਂ ਸੀਗੀਆਂ। ਅਤੇ ਇਹ ਸਾਡਾ ਪਾਠ ਜਿਹੜਾ ਸੀਗਾ ਇਹਦੀ ਰਿਵੀਜ਼ਨ ਸੀ, ਇੱਕ ਪਿੰਡ ਦੀ ਕਹਾਣੀ।